ਹੈਲੋ एवरीवन वेलकम टू CBC ਅਕੈਡਮੀ ਵੋਰ। ਮੈਂ ਹਾਂ ਅਰੁਣ ਤਨੇਜਾ ਤੇ ਆਪਾਂ ਕੰਟੀਨਿਊ ਕਰਾਂਗੇ ਆਪਾਂ ਪੋਲਿਟੀ ਦਾ ਆਪਣਾ ਲੈਕਚਰ, ਜਿਹਦੇ ਵਿੱਚ ਆਪਾਂ ਪੜ੍ਹ ਰਹੇ ਹਾਂ ਪਾਰਲੀਮੈਂਟ। ਸੋ ਇੱਕ ਲੈਕਚਰ ਪਹਿਲਾਂ ਪਾਰਲੀਮੈਂਟ ਦਾ ਹੋ ਚੁੱਕਿਆ, ਜਿਹਦੇ ਵਿੱਚ ਆਪਾਂ ਪੜ੍ਹਿਆ ਵੀ ਪਾਰਲੀਮੈਂਟ ਹੁੰਦਾ ਕੀ ਹੈ, ਉਹਦੀ ਕੰਪੋਜੀਸ਼ਨ ਕੀ ਹੈ, ਉਹਦੇ ਮੈਂਬਰਸ ਦੀ ਟੈਨਿਓਰ ਮਤਲਬ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ। ਥੋੜ੍ਹਾ ਜਿਹਾ ਆਪਾਂ ਫੇਰ ਰਿਵਾਈਜ਼ ਕਰ ਲੈਂਦੇ ਹਾਂ। ਆਪਣੇ ਪਾਰਲੀਮੈਂਟ ਦੇ 3 ਕੰਪੋਨੈਂਟ ਹੁੰਦੇ ਆ, ਲੋਕ ਸਭਾ, ਰਾਜ ਸਭਾ ਅਤੇ ਪ੍ਰੈਜ਼ੀਡੈਂਟ। ਠੀਕ ਹੈ ਜੀ। ਤੋ 79 ਨੰਬਰ ਆਰਟੀਕਲ ਤੋਂ ਲੈ ਕੇ 122 ਆਰਟੀਕਲ ਤੱਕ ਕਿਹਦੇ ਨਾਲ ਡੀਲ ਕਰਦੇ? ਪਾਰਲੀਮੈਂਟ ਦੇ ਨਾਲ ਡੀਲ ਕਰਦੇ। ਬਹੁਤ ਹੀ ਇੰਪੋਰਟੈਂਟ ਹੈ। ਇਹ ਸਾਰੀਆਂ ਗੱਲਾਂ ਆਪਾਂ ਪ੍ਰੀਵੀਅਸ ਲੈਕਚਰ ਦੇ ਵਿੱਚ ਕੀਤੀਆਂ। ਜਿਨ੍ਹਾਂ ਨੇ ਨਹੀਂ ਵੇਖਿਆ ਲੈਕਚਰ ਜਾ ਕੇ ਜ਼ਰੂਰ ਵੇਖੋ। ਸੋ ਪ੍ਰੈਜ਼ੀਡੈਂਟ ਨੂੰ ਪਾਰਲੀਮੈਂਟ ਦਾ ਪਾਰਟ ਕਿਉਂ ਮੰਨਿਆ ਜਾਂਦਾ? ਕਿਉਂਕਿ ਜਿਹੜੇ ਵੀ ਬਿੱਲ ਲੋਕ ਸਭਾ ਅਤੇ ਰਾਜ ਸਭਾ ਦੁਆਰਾ ਪਾਸ ਕੀਤੇ ਜਾਂਦੇ ਹੈ, ਉਹ ਅੱਗੇ ਪ੍ਰੈਜ਼ੀਡੈਂਟ ਦੁਆਰਾ ਅਸੈਂਟ ਦਿੱਤੀ ਜਾਂਦੀ ਹੈ। ਮਤਲਬ ਉਹਨਾਂ ਦੇ ਪ੍ਰੈਜ਼ੀਡੈਂਟ ਦੇ ਦਸਤਖਤ ਤੋਂ ਬਿਨਾਂ ਉਹਨਾਂ ਨੂੰ ਪਾਸ ਕੰਸੀਡਰ ਨਹੀਂ ਕੀਤਾ ਜਾਂਦਾ। ਸੋ ਇਸ ਲਈ ਪ੍ਰੈਜ਼ੀਡੈਂਟ ਨੂੰ ਇੰਟੈਗਰਲ ਪਾਰਟ ਮੰਨਿਆ ਜਾਂਦਾ ਆਪਣੀ ਪਾਰਲੀਮੈਂਟ ਦਾ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸੋ ਆਪਣਾ ਜਿਹੜੀ ਨੈਕਸਟ ਚੀਜ਼ ਕੀਤੀ ਸੀਗੀ, ਮੈਕਸੀਮਮ ਨੰਬਰ ਕਿੰਨੇ ਹੋ ਸਕਦੇ ਆ? ਆਪਣੇ ਲੋਕ ਸਭਾ ਦੇ ਵਿੱਚ 552 ਮੈਂਬਰਸ ਹੋ ਸਕਦੇ ਮੈਕਸੀਮਮ, ਅਤੇ ਆਪਣੀ ਰਾਜ ਸਭਾ ਦੇ ਵਿੱਚ 250 ਮੈਂਬਰ। 250 ਚੋਂ 12 ਨੋਮੀਨੇਟਿਡ ਹੁੰਦੇ ਆ ਬਾਈ ਦੀ ਪ੍ਰੈਜ਼ੀਡੈਂਟ, ਅਦਰ ਮੈਂਬਰਸ ਡਾਇਰੈਕਟਲੀ ਇਲੈਕਟਿਡ ਹੁੰਦੇ ਆ ਆਪਣੀ ਜਿਹੜੀਆਂ ਸਟੇਟ ਅਸੈਂਬਲੀਜ਼ ਹੁੰਦੀਆਂ ਉਹਦੇ ਦੁਆਰਾ। ਠੀਕ ਹੈ ਜੀ। ਸੋ ਕਾਊਂਸਲ ਆਫ ਸਟੇਟ ਵੀ ਕਿਹਾ ਜਾਂਦਾ ਰਾਜ ਸਭਾ ਨੂੰ, ਅਤੇ ਲੋਕ ਸਭਾ ਨੂੰ ਹਾਊਸ ਆਫ ਪੀਪਲ ਵੀ ਕਿਹਾ ਜਾਂਦਾ ਹੁੰਦਾ। ਸੋ ਇਹ ਸਾਰੀਆਂ ਗੱਲਾਂ ਆਪਾਂ ਪ੍ਰੀਵੀਅਸ ਲੈਕਚਰਸ ਕੀਤੀਆਂ ਸੀਗੀਆਂ। ਹੁਣ ਆਪਾਂ ਪੜ੍ਹਦੇ ਹਾਂ ਨੈਕਸਟ। ਸੋ ਕੁਆਲੀਫਿਕੇਸ਼ਨ ਕੀ ਰਹਿੰਦੀ ਹੈ? ਜਿਹੜੇ ਆਪਣੇ ਮੈਂਬਰ ਹੁੰਦੇ 25 ਸਾਲ ਉਮਰ ਹੋਣੀ ਚਾਹੀਦੀ ਹੈ ਲੋਕ ਸਭਾ ਲਈ, 30 ਸਾਲ ਉਮਰ ਹੋਣੀ ਚਾਹੀਦੀ ਰਾਜ ਸਭਾ ਲਈ। ਸੋ ਇਹ ਬੇਸਿਕ ਕੁਆਲੀਫਿਕੇਸ਼ਨ ਹੈਗੀ ਹੈ ਜੋ ਜਿਹੜਾ ਆਪਣਾ ਪੀਪਲ ਆਫ ਰਿਪਰੈਜ਼ੈਂਟੇਟਿਵ ਐਕਟ 1951 ਹੈਗਾ ਉਹਦੇ 'ਚ ਮੈਂਸ਼ਨ ਕੀਤਾ ਹੋਇਆ। ਠੀਕ ਹੈ। ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਇੰਸਟਾਗ੍ਰਾਮ 'ਤੇ ARNTANEJ07। ਅਤੇ ਜੋ ਵੀ ਆਪਣੀ ਕੁਐਰੀਜ਼ ਹੈ ਕਿਸੇ ਵੀ ਰਿਗਾਰਡਿੰਗ ਟੈਸਟ ਸੀਰੀਜ਼ ਦੇ ਰਿਗਾਰਡਿੰਗ ਜਾਂ ਹੋਰ ਵੀ ਕੋਈ ਵੀ ਕੁਐਰੀਜ਼ ਆਪਾਂ ਤੁਸੀਂ ਕਲੀਅਰ ਕਰ ਸਕਦੇ ਹੋ। ਸੋ ਆਪਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ। ਸੋ ਵੈਕੇਟਿੰਗ ਆਫ ਦਾ ਹੀ ਸੀਟਸ। ਹੁਣ ਆਪਾਂ ਪੜ੍ਹਿਆ ਸੀਗਾ ਵੀ ਕਿਸ ਢੰਗ ਦੇ ਨਾਲ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਮੈਂਬਰ ਕਿੰਨੇ ਹੁੰਦੇ ਹੈ ਅਤੇ ਉਹਨਾਂ ਨੂੰ ਕਿਸ ਢੰਗ ਦੇ ਨਾਲ ਇਲੈਕਟ ਕੀਤਾ ਜਾਂਦਾ ਜਾਂ ਨੋਮੀਨੇਟ ਕੀਤਾ ਜਾਂਦਾ ਹੁੰਦਾ। ਅਤੇ ਹੁਣ ਆਪਾਂ ਪੜ੍ਹਦੇ ਹਾਂ ਉਹਨਾਂ ਦੀ ਜਿਹੜੀ ਸੀਟ ਹੈਗੀ ਹੈ ਕਿਸੇ ਮੈਂਬਰ ਦੀ, ਉਹ ਵੈਕੈਂਟ ਕਿਵੇਂ ਕੰਸੀਡਰ ਕੀਤੀ ਜਾਂਦੀ ਹੁੰਦੀ ਹੈ। ਉਹਨਾਂ ਬਾਰੇ ਆਪਾਂ ਪੜ੍ਹਦੇ ਹਾਂ। ਜਿਹੜੀ ਮੈਂਬਰ ਦੀ ਸੀਟ ਹੁੰਦੀ ਹੈ ਉਹ ਵੈਕੈਂਟ ਹੁੰਦੀ ਹੈ ਅਗਰ ਉਹ ਡਬਲ ਮੈਂਬਰਸ਼ਿਪ ਹੋ ਜੇ। ਡਬਲ ਮੈਂਬਰਸ਼ਿਪ ਦਾ ਮਤਲਬ ਕੀ ਹੁੰਦਾ? ਉਹ ਲੋਕ ਸਭਾ ਦਾ ਮੈਂਬਰ ਵੀ ਚੁਣਿਆ ਜਾਵੇ ਅਤੇ ਰਾਜ ਸਭਾ ਦਾ ਮੈਂਬਰ ਵੀ ਚੁਣਿਆ ਜਾਵੇ, ਤਾਂ ਉਹਦੀ ਜਿਹੜੀ ਰਾਜ ਸਭਾ ਦੀ ਸੀਟ ਹੈਗੀ ਉਹ ਵੈਕੈਂਟ ਡਿਕਲੇਅਰ ਕੀਤੀ ਜਾਊਗੀ। ਬਹੁਤ ਇੰਪੋਰਟੈਂਟ ਹੈਗਾ। ਨੈਕਸਟ ਆ ਜਾਂਦਾ ਡਿਸਕੁਆਲੀਫਿਕੇਸ਼ਨ। ਹੁਣ ਸਰਟਨ ਗਰਾਊਂਡਸ ਆਪਣੇ ਕੌਨਸਟੀਟਿਊਸ਼ਨ ਦੇ ਵਿੱਚ ਮੈਂਸ਼ਨ ਕੀਤੇ ਗਏ ਹੋਏ ਆ, ਜਿਹਦੇ ਰਾਹੀਂ ਕੋਈ ਵੀ ਮੈਂਬਰ ਡਿਸਕੁਆਲੀਫਾਈ ਡਿਕਲੇਅਰ ਕੀਤਾ ਜਾ ਸਕਦਾ। ਠੀਕ ਹੈ ਜੀ। ਜਿਵੇਂ ਕਿ ਉਹਦੀ ਜਿਹੜੀ ਮਤਲਬ ਸਾਊਂਡ ਮਾਈਂਡ ਹੈ ਨਹੀਂ ਗਾ ਉਹਦੇ ਕੋਲ, ਇਹ ਵੀ ਵਨ ਆਫ ਦਾ ਡਿਸਕੁਆਲੀਫਿਕੇਸ਼ਨ ਆ ਜੋ ਆਪਣੇ ਸੰਵਿਧਾਨ ਦੇ ਵਿੱਚ ਮੈਂਸ਼ਨ ਕੀਤੀ ਹੋਈ ਹੈ। ਜਾਂ ਕਿਸੇ ਨੂੰ ਦਿਵਾਲੀਆ ਘੋਸ਼ਿਤ ਕੀਤਾ ਹੋਇਆ ਤਾਂ ਉਹ ਵੀ ਇਲੈਕਸ਼ਨ ਨਹੀਂ ਲੜ ਸਕਦਾ। ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਐਜ਼ ਏ ਡਿਸਕੁਆਲੀਫਿਕੇਸ਼ਨ ਮੈਂਸ਼ਨ ਕੀਤੀਆਂ ਆਪਣੇ ਸੰਵਿਧਾਨ ਦੇ ਵਿੱਚ। ਤਾਂ ਹੋਰ ਕਿਹੜੀਆਂ ਗੱਲਾਂ ਹੈਗੀਆਂ ਜਿਹਦੇ ਰਾਹੀਂ ਵੈਕੈਂਟ ਹੋ ਸਕਦੀ ਹੈ ਸੀਟ, ਮਤਲਬ ਖਾਲੀ ਹੋ ਸਕਦੀ ਹੈ ਸੀਟ? ਤਾਂ ਆਪਣਾ ਆਨਸਰ ਆ ਜਾਊਗਾ ਰੈਜ਼ਿਗਨੇਸ਼ਨ ਦੇ ਰਾਹੀਂ, ਡਿਸਕੁਆਲੀਫਿਕੇਸ਼ਨ ਦੇ ਰਾਹੀਂ, ਡਬਲ ਮੈਂਬਰਸ਼ਿਪ ਦੇ ਰਾਹੀਂ, ਅਤੇ ਜਾਂ ਮੈਂ ਮਤਲਬ ਕਹਿ ਸਕਦੇ ਹਾਂ ਵੀ ਜਿਹੜਾ ਇੱਕ MLA ਹੈਗਾ ਉਹ MP ਚੂਜ਼ ਹੋ ਜਾਂਦਾ, ਤਾਂ ਜਿਹੜੀ MLA ਦੀ ਸੀਟ ਹੈ ਉਹਦੀ ਵੈਕੈਂਟ ਹੋ ਜਾਂਦੀ ਹੈ। ਜਾਂ ਉਹ ਮਤਲਬ 60 ਦਿਨਾਂ ਲਈ ਐਬਸੈਂਟ ਹੁੰਦਾ ਤਾਂ ਵੀ ਉਹਦੀ ਸੀਟ ਵੈਕੈਂਟ ਡਿਕਲੇਅਰ ਕਰ ਸਕਦੇ ਹਾਂ। ਸੋ 60 ਦਿਨਾਂ ਲਈ ਵਿਦਾਊਟ ਇਨਫੋਰਮਿੰਗ ਪ੍ਰੀਜ਼ਾਈਡਿੰਗ ਆਫਿਸਰ ਅਗਰ ਐਬਸੈਂਟ ਹੁੰਦਾ, MP ਐਬਸੈਂਟ ਹੁੰਦਾ, ਤਾਂ ਉਹਦੀ ਜਿਹੜੀ ਸੀਟ ਹੈ ਵੈਕੈਂਟ ਡਿਕਲੇਅਰ ਕਰ ਸਕਦਾ ਸਪੀਕਰ ਜਾਂ ਕਹਿ ਸਕਦੇ ਆਪਣਾ ਚੇਅਰਮੈਨ। ਠੀਕ ਹੈ ਜੀ। ਸੋ ਇਹ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਬੇਸਿਕ ਜਿਹੀਆਂ ਗੱਲਾਂ ਹੈਗੀਆਂ। ਤੁਸੀਂ ਜੇ ਅਗਰ ਕਿਤੇ ਵਧੀਆ ਮਤਲਬ ਇੰਸਟੀਟਿਊਟ ਤੋਂ ਕੋਚਿੰਗ ਲਈ ਹੈਗੀ ਹੈ, ਤੁਸੀਂ ਕਨਸੈਪਟ ਪੜ੍ਹੇ ਹੋਏ ਆ, ਤੁਹਾਨੂੰ ਈਜ਼ੀਲੀ ਸਮਝ ਆ ਜਾਣਗੇ ਜੋ ਮੈਂ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਤੁਹਾਨੂੰ ਅੱਗੇ ਵੀ ਕਿਹਾ ਹੈਗਾ ਕਿ ਇਹ ਜਿਹੜੇ ਆਪਣੇ ਲੈਕਚਰ ਹੈਗੇ ਬਰੀਫ ਹੈਗੇ ਆ ਪੋਲਿਟੀ ਦੇ, ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੈਕਸੀਮਮ ਡੈਪਥ ਵਿੱਚ ਜਾਣ ਦੀ। ਤਾਂ ਅਗਰ ਤੁਸੀਂ ਹੋਰ ਇਸ ਨੂੰ ਡਿਟੇਲ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ, ਸਾਡੇ ਜਿਹੜੇ CBC ਐਗਜ਼ਾਮ ਗੁਰੂ ਐਪ ਹੈਗੀ ਡਾਊਨਲੋਡ ਕਰ ਸਕਦੇ ਹੋ, ਅਤੇ ਸਾਡੇ ਉੱਥੇ ਜਿਹੜੇ ਲੈਕਚਰਸ ਵੇਖ ਸਕਦੇ ਹੋ। ਠੀਕ ਹੈ ਜੀ। ਸੋ ਆਪਾਂ ਨੈਕਸਟ ਪੜ੍ਹਦੇ ਹਾਂ ਪ੍ਰੀਜ਼ਾਈਡਿੰਗ ਆਫਿਸਰ ਆਫ ਦਾ ਪਾਰਲੀਮੈਂਟ। ਸੋ ਆਪਾਂ ਜਿਵੇਂ ਤੁਹਾਨੂੰ ਪੜ੍ਹੇ ਹੀ ਹੈਗਾ ਆਪਾਂ ਵੀ ਆਪਣੇ ਜਿਹੜੇ 2 ਹਾਊਸਿਸ ਹੁੰਦੇ ਆ, ਇੱਕ ਹੁੰਦਾ ਲੋਕ ਸਭਾ, ਦੂਜਾ ਹੁੰਦਾ ਰਾਜ ਸਭਾ। ਸੋ ਦੋਨਾਂ ਹਾਊਸਿਸ ਦੇ ਅੱਡ ਅੱਡ ਪ੍ਰੀਜ਼ਾਈਡਿੰਗ ਆਫਿਸਰ ਹੁੰਦੇ। ਪ੍ਰੀਜ਼ਾਈਡਿੰਗ ਆਫਿਸਰ ਦਾ ਮਤਲਬ ਕੀ ਹੁੰਦਾ? ਉਸ ਹਾਊਸ ਨੂੰ ਲੀਡ ਕੌਣ ਕਰਦਾ ਜਾਂ ਕਹਿ ਸਕਦੇ ਹੈਡ ਕੌਣ ਕਰਦਾ ਹੁੰਦਾ। ਠੀਕ ਹੈ ਜੀ। ਸੋ ਜਿਹੜਾ ਆਪਣਾ ਲੋਕ ਸਭਾ ਹੁੰਦਾ, ਲੋਕ ਸਭਾ ਹੁੰਦੀ ਹੈ, ਉਹਨੂੰ ਕੌਣ ਹੈਡ ਕਰਦਾ ਹੁੰਦਾ? ਉਹਨੂੰ ਸਪੀਕਰ ਹੈਡ ਕਰਦਾ ਹੁੰਦਾ। ਜਿਹੜੀ ਆਪਣੀ ਰਾਜ ਸਭਾ ਹੁੰਦੀ ਹੈ ਜਾਂ ਕਹਿ ਸਕਦੇ ਕਾਊਂਸਲ ਆਫ ਸਟੇਟ ਹੁੰਦੀ ਹੈ, ਉਹਨੂੰ ਕੌਣ ਹੈਡ ਕਰਦਾ ਹੁੰਦਾ? ਉਹਨੂੰ ਆਪਣੇ ਚੇਅਰਮੈਨ ਹੈਡ ਕਰਦਾ ਹੁੰਦਾ। ਠੀਕ ਹੈ ਜੀ। ਸੋ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗੇ ਆ। ਜੋ ਸਪੀਕਰ ਬਾਰੇ ਗੱਲਾਂ ਇੰਪੋਰਟੈਂਟ ਹੈਗੀਆਂ ਆਪਾਂ ਉਹ ਪੜ੍ਹਦੇ ਹਾਂ, ਫਿਰ ਉਸ ਤੋਂ ਬਾਅਦ ਆਪਾਂ ਚੇਅਰਮੈਨ ਬਾਰੇ ਜੋ ਗੱਲਾਂ ਇੰਪੋਰਟੈਂਟ ਹੋਣਗੀਆਂ ਜਾਂ ਡਿਪਟੀ ਸਪੀਕਰ ਬਾਰੇ ਜਾਂ ਡਿਪਟੀ ਚੇਅਰਮੈਨ ਬਾਰੇ ਗੱਲਾਂ ਹੋਣਗੀਆਂ ਆਪਾਂ ਉਹ ਜਾ ਕੇ ਪੜ੍ਹਾਂਗੇ। ਠੀਕ ਹੈ ਜੀ।
ਸੋ ਇਹਨਾਂ ਬਾਰੇ ਪੜ੍ਹਦੇ ਹਾਂ। ਦੇਰ ਇਜ਼ ਸਪੀਕਰ ਐਂਡ ਦ ਡਿਪਟੀ ਸਪੀਕਰ ਫॉर ਦ ਲੋਕ ਸਭਾ ਐਂਡ ਦ ਚੇਅਰਮੈਨ ਐਂਡ ਦ ਡਿਪਟੀ ਚੇਅਰਮੈਨ ਫॉर ਦ ਰਾਜ ਸਭਾ। ਸੋ ਇਹ ਚੀਜ਼ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਵੀ ਕਿਹੜਾ ਕਿਹੜਾ ਹੋਊਗਾ। ਸਪੀਕਰ ਆਫ ਦ ਲੋਕ ਸਭਾ, ਸਪੀਕਰ ਆਫ ਦ ਲੋਕ ਸਭਾ ਬਾਰੇ ਪੜ੍ਹਦੇ ਹਾਂ। ਇਲੈਕਸ਼ਨ ਐਂਡ ਟੈਨਿਓਰ, ਦ ਸਪੀਕਰ ਇਜ਼ ਇਲੈਕਟਿਡ ਬਾਈ ਦ ਲੋਕ ਸਭਾ ਫਰੋਮ ਦ ਅਮੰਗਸਟ ਇਸ ਮੈਂਬਰ ਐਜ਼ ਸੂਨ ਐਜ਼ ਮੇ ਬੀ ਆਫਟਰ ਐਨ ਇਟਸ ਫਸਟ ਮੀਟਿੰਗ। ਬਹੁਤ ਇੰਪੋਰਟੈਂਟ ਹੈਗਾ। ਹੁਣ ਜਿਹੜਾ ਸਪੀਕਰ ਹੁੰਦਾ ਉਹ ਕਿਹਨਾਂ ਦੁਆਰਾ ਇਲੈਕਟ ਕੀਤਾ ਜਾਂਦਾ ਹੁੰਦਾ? ਸਪੀਕਰ ਫਸਟ ਮੀਟਿੰਗ ਦੇ ਦੌਰਾਨ ਇਲੈਕਟ ਕੀਤਾ ਜਾਂਦਾ ਹੁੰਦਾ ਅਤੇ ਜਿਹੜਾ ਫਸਟ ਮੀਟਿੰਗ ਨੂੰ ਪ੍ਰੈਜ਼ਾਈਡ ਕਰਦਾ ਹੁੰਦਾ ਉਹਨੂੰ ਕਿਹਾ ਜਾਂਦਾ ਹੁੰਦਾ ਪ੍ਰੋਟਮ ਸਪੀਕਰ। ਕਿਉਂਕਿ ਹਜੇ ਸਪੀਕਰ ਦੇ ਇਲੈਕਸ਼ਨ ਹੋਏ ਨਹੀਂ ਗੇ, ਪਰ ਕਿਸੇ ਨੂੰ ਤਾਂ ਸਪੀਕਰ ਬਿਠਾਉਣਾ ਹੀ ਪਊਗਾ, ਕਿਉਂਕਿ ਜਿਹੜਾ ਸੈਸ਼ਨ ਹੁੰਦਾ, ਪਹਿਲਾ ਸੈਸ਼ਨ ਹੁੰਦਾ ਕਿਸੇ ਵੀ ਆਪਣੀ MP ਦਾ, ਜਿਹੜੇ ਲੋਕ ਸਭਾ ਦਾ ਸੈਸ਼ਨ ਹੁੰਦਾ, ਤਾਂ ਪਹਿਲੇ ਸੈਸ਼ਨ 'ਚ ਕੋਈ ਵੀ ਸੈਸ਼ਨ ਹੋਊਗਾ ਉੱਥੇ ਪ੍ਰੈਜ਼ਾਈਡਿੰਗ ਆਫਿਸਰ ਪ੍ਰੈਜ਼ੈਂਟ ਹੋਣਾ ਹੀ ਚਾਹੀਦਾ। ਪਰ ਪਹਿਲੇ ਸੈਸ਼ਨ ਦੇ ਵਿੱਚ ਤਾਂ ਸਪੀਕਰ ਇਲੈਕਟ ਨਹੀਂ ਹੋਇਆ ਹੁੰਦਾ, ਕਿਉਂਕਿ ਨਿਊਲੀ ਇਲੈਕਟਿਡ ਲੋਕ ਸਭਾ ਹੁੰਦੀ ਹੈ ਤਾਂ ਸਪੀਕਰ ਪਿੱਛੋਂ ਇਲੈਕਟ ਹੋ ਕੇ ਨਹੀਂ ਆਉਂਦਾ ਹੁੰਦਾ। ਜਿਹੜੀ ਪਹਿਲੀ ਲੋਕ ਸਭਾ ਨੂੰ ਪ੍ਰੈਜ਼ਾਈਡ ਕਰਦਾ ਉਹਨੂੰ ਕਿਹਾ ਜਾਂਦਾ ਹੁੰਦਾ ਪ੍ਰੋਟਮ ਸਪੀਕਰ, ਜਾਂ ਕਹਿ ਸਕਦੇ ਟੈਂਪਰੇਰੀ ਸਪੀਕਰ। ਇੱਕ ਵਾਰੀ ਅਪਾਇੰਟ ਕੀਤਾ ਜਾਂਦਾ ਹੁੰਦਾ। ਉਹ ਬੰਦਾ ਕੌਣ ਹੁੰਦਾ? ਉਹ ਜਿਹੜਾ ਸੀਨੀਅਰ ਮੋਸਟ ਮੈਂਬਰ ਹੁੰਦਾ ਪੂਰੇ MPs ਦੇ ਵਿੱਚੋਂ, ਉਹਨੂੰ ਇਲੈਕਟ ਕੀਤਾ ਜਾਂਦਾ ਐਜ਼ ਏ ਪ੍ਰੋਟਮ ਸਪੀਕਰ। ਠੀਕ ਹੈ। ਸੋ ਪ੍ਰੋਟਮ ਸਪੀਕਰ ਦੀ ਹੋਂਦ ਦੇ ਵਿੱਚ ਸਪੀਕਰ ਦੇ ਇਲੈਕਸ਼ਨ ਹੁੰਦੇ ਆ। ਸੋ ਸਪੀਕਰ ਦੇ ਇਲੈਕਸ਼ਨ ਦੀ ਜਿਹੜੀ ਡੇਟਸ ਹੈ ਉਹ ਪ੍ਰੈਜ਼ੀਡੈਂਟ ਦੁਆਰਾ ਡਿਸਾਈਡ ਕੀਤੀ ਜਾਂਦੀ ਹੁੰਦੀ ਹੈ ਅਤੇ ਪ੍ਰੈਜ਼ੀਡੈਂਟ ਹੀ ਡਿਸਾਈਡ ਕਰਦਾ ਵੀ ਸਪੀਕਰ ਦੇ ਇਲੈਕਸ਼ਨ ਕਦੋਂ ਹੋਣਗੇ। ਸੋ ਇਹ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ, ਇਹਦੇ ਵਿੱਚ ਨਹੀਂ ਮੈਂਸ਼ਨ ਕੀਤਾ ਹੋਇਆ। ਜਦੋਂ ਵੀ ਤੁਸੀਂ ਲੈਕਚਰ ਸੁਣ ਰਹੇ ਹੋ ਤਾਂ ਕਾਪੀ ਪੈਨ ਆਪਣੇ ਕੋਲ ਰੱਖੋ ਅਤੇ ਚੀਜ਼ਾਂ ਨੂੰ ਕਰੋ। ਅਤੇ ਮਤਲਬ ਕਿ ਜਦੋਂ ਸਪੀਕਰ ਦੇ ਇਲੈਕਸ਼ਨ ਹੁੰਦੇ ਆ ਤਾਂ ਉਹ ਕਿਹਦੇ ਦੁਆਰਾ ਕੰਡਕਟ ਕਰਵਾਏ ਜਾਂਦੇ ਹੁੰਦੇ? ਆਪਾਂ ਕਹਾਂਗੇ ਜਿਹੜੇ ਸਪੀਕਰ ਦੇ ਇਲੈਕਸ਼ਨ ਹੈਗੇ ਕੋਈ ਪਰਟੀਕੂਲਰ ਪਰਸਨ ਨਹੀਂ ਕੰਡਕਟ ਕਰਾਉਂਦਾ, ਪਰ ਜਿਹੜਾ ਆਪਣਾ ਪ੍ਰੈਜ਼ੀਡੈਂਟ ਹੈਗਾ ਉਹ ਡੇਟਸ ਦੱਸਦਾ ਵੀ ਸਪੀਕਰ ਦੇ ਇਲੈਕਸ਼ਨ ਕਦੋਂ ਹੋਣਗੇ। ਸੋ ਸਪੀਕਰ ਜਿਹੜਾ ਹੁੰਦਾ ਰੂਲਿੰਗ ਪਾਰਟੀ ਤੋਂ ਹੀ ਹਮੇਸ਼ਾ ਬਿਲੋਂਗ ਕਰਦਾ ਹੁੰਦਾ ਅਤੇ ਰੂਲਿੰਗ ਪਾਰਟੀ ਦੇ ਮੈਂਬਰ ਉਹਨੂੰ ਚੂਜ਼ ਕਰਦੇ ਆ ਵੀ ਸਾਡਾ ਸਪੀਕਰ ਕੌਣ ਹੋਊਗਾ। ਠੀਕ ਹੈ। ਬਹੁਤ ਇੰਪੋਰਟੈਂਟ ਪੁਆਇੰਟ ਹੈਗਾ, ਸਪੀਕਰ ਬਾਰੇ ਗੱਲਾਂ ਬਹੁਤ ਇੰਪੋਰਟੈਂਟ ਹੈਗੀਆਂ। ਸੋ ਸਪੀਕਰ ਨੂੰ ਰਿਮੂਵ ਕਿਵੇਂ ਕੀਤਾ ਜਾ ਸਕਦਾ ਹੁੰਦਾ? ਅਗਰ ਸਪੀਕਰ ਕੁਝ ਗਲਤੀ ਕਰ ਦਿੰਦਾ ਜਾਂ ਕੁਝ ਮਿਸਟੇਕ ਕਰ ਦਿੰਦਾ ਤਾਂ ਉਹਨੂੰ ਹਟਾਇਆ ਕਿਵੇਂ ਜਾ ਸਕਦਾ ਹੁੰਦਾ? ਬਹੁਤ ਇੰਪੋਰਟੈਂਟ ਹੈਗਾ। ਐਬਸੋਲਿਊਟ ਮੈਜੋਰਿਟੀ ਦੇ ਨਾਲ ਸਪੀਕਰ ਨੂੰ ਰਿਮੂਵ ਕੀਤਾ ਜਾ ਸਕਦਾ ਹੁੰਦਾ। ਤੁਸੀਂ ਇਹਨੂੰ ਰੈੱਡ ਪੈਨ ਦੇ ਨਾਲ ਆਪਣੀ ਕਾਪੀ ਦੇ ਵਿੱਚ ਪੈਨ ਡਾਊਨ ਕਰ ਲੈਣਾ। ਜਦੋਂ ਤੁਹਾਨੂੰ ਨੋਟਸ ਮਿਲਣਗੇ ਤੁਸੀਂ ਇਹਨੂੰ ਪੈਨ ਡਾਊਨ ਕਰ ਲੈਣਾ। ਅਗਰ ਤੁਹਾਨੂੰ ਨੋਟਸ ਮਿਲ ਚੁੱਕੇ ਆ ਤਾਂ ਪੈਨ ਡਾਊਨ ਕਰ ਸਕਦੇ ਹੋ ਨੋਟਸ ਦੇ ਉੱਪਰ। ਅਗਰ ਨਹੀਂ ਮਿਲੇ ਤਾਂ ਤੁਸੀਂ ਆਪਣੀ ਐਕਸਟਰਾ ਕਾਪੀ ਬਣਾ ਸਕਦੇ ਹੋ, ਨੋਟਸ ਬਣਾ ਸਕਦੇ ਹੋ, ਉੱਥੋਂ ਵੇਖ ਸਕਦੇ ਹੋ। ਠੀਕ ਹੈ, ਉੱਥੋਂ ਕਰ ਸਕਦੇ ਹੋ। ਠੀਕ ਹੈ। ਸਪੀਕਰ ਇਲੈਕਟ ਕੀਤਾ ਜਾਂਦਾ ਲੋਕ ਸਭਾ ਜਿਹੜੀ ਪਹਿਲੀ ਚੂਜ਼ ਹੋ ਕੇ ਆਉਂਦੀ ਉਹਦੇ ਦੁਆਰਾ। ਸੋ ਜਦੋਂ ਲੋਕ ਸਭਾ ਨਹੀਂ ਚੂਜ਼ ਹੋਈ ਹੁੰਦੀ, ਜਾਂ ਕਹਿ ਸਕਦੇ ਆ ਵੀ ਜਿਹੜਾ ਪਹਿਲਾ ਸੈਸ਼ਨ ਹੁੰਦਾ ਉਹਨੂੰ ਟੈਂਪਰੇਰੀ ਸਪੀਕਰ ਕੋਈ ਬਣਾਇਆ ਜਾਂਦਾ ਹੁੰਦਾ, ਉਹਨੂੰ ਕਿਹਾ ਜਾਂਦਾ ਪ੍ਰੋਟਮ ਸਪੀਕਰ। ਸੋ ਪ੍ਰੋਟਮ ਸਪੀਕਰ ਦੀ ਹੋਂਦ ਦੇ ਵਿੱਚ ਸਪੀਕਰ ਦੇ ਇਲੈਕਸ਼ਨ ਕੰਡਕਟ ਕਰਵਾਏ ਜਾਂਦੇ ਹੁੰਦੇ ਹੈ ਅਤੇ ਜਿਹੜਾ ਪਹਿਲਾ ਸੈਸ਼ਨ ਹੁੰਦਾ ਲੋਕ ਸਭਾ ਦਾ ਉਹ ਪ੍ਰੋਟਮ ਸਪੀਕਰ ਦੁਆਰਾ ਕੰਡਕਟ ਕਰਵਾਇਆ ਜਾਂਦਾ ਹੁੰਦਾ। ਬਹੁਤ ਇੰਪੋਰਟੈਂਟ ਗੱਲਾਂ ਹੈਗੀਆਂ। ਅਗਰ ਤੁਸੀਂ ਨਾਇਬ ਤਹਿਸੀਲਦਾਰ ਦੀ ਤਿਆਰੀ ਕਰ ਰਹੇ ਹੋ, PPSC ਦੀ ਪ੍ਰਿਪਰੇਸ਼ਨ ਕਰ ਰਹੇ ਹੋ ਜਾਂ ਪਟਵਾਰੀ ਦੀ ਪ੍ਰਿਪਰੇਸ਼ਨ ਕਰਦੇ ਹੋ ਤਾਂ ਇਹ ਚੀਜ਼ਾਂ ਤੁਹਾਨੂੰ ਪੁੱਛੀਆਂ ਜਾ ਸਕਦੀਆਂ। ਸੋ ਮਤਲਬ ਇਹਨਾਂ ਨੂੰ ਤੁਸੀਂ ਪ੍ਰਸਾਈਜ਼ਲੀ ਯਾਦ ਕਰਨਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ ਡਿਪਟੀ ਸਪੀਕਰ ਆਫ ਦ ਲੋਕ ਸਭਾ। ਬਹੁਤ ਇੰਪੋਰਟੈਂਟ ਹੈਗਾ। ਹੁਣ ਆਪਾਂ ਪੜ੍ਹਿਆ ਸੀਗਾ ਸਪੀਕਰ ਆਫ ਲੋਕ ਸਭਾ ਬਾਰੇ, ਹੁਣ ਆਪਾਂ ਪੜ੍ਹਦੇ ਹਾਂ ਡਿਪਟੀ ਸਪੀਕਰ ਆਫ ਲੋਕ ਸਭਾ ਬਾਰੇ। ਬਹੁਤ ਹੀ ਮਤਲਬ ਇਹਦੇ ਬਾਰੇ ਵੀ ਬਹੁਤ ਇੰਪੋਰਟੈਂਟ ਗੱਲਾਂ ਆਪਾਂ ਨੂੰ ਪੜ੍ਹਨ ਨੂੰ ਵੇਖਣ ਨੂੰ ਮਿਲ ਸਕਦੀਆਂ ਜੋ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈਗੀਆਂ। ਲਾਈਕ ਦ ਸਪੀਕਰ, ਡਿਪਟੀ ਸਪੀਕਰ ਇਜ਼ ਆਲਸੋ ਇਲੈਕਟਿਡ ਬਾਈ ਦ ਲੋਕ ਸਭਾ ਇਟਸੈਲਫ ਫਰੋਮ ਅਮੰਗਸਟ ਇਟਸ ਮੈਂਬਰ। ਜਿਵੇਂ ਕਿ ਲੋਕ ਸਭਾ ਦੇ ਇਲੈਕਸ਼ਨ, ਜਿਵੇਂ ਕਿ ਸਪੀਕਰ ਦੇ ਇਲੈਕਸ਼ਨ ਹੁੰਦੇ ਉਸੇ ਤਰ੍ਹਾਂ ਹੀ ਡਿਪਟੀ ਸਪੀਕਰ ਦੇ ਇਲੈਕਸ਼ਨ ਵੀ ਹੁੰਦੀ ਹੈ। ਦ ਡੇਟ ਆਫ ਦ ਇਲੈਕਸ਼ਨ ਆਫ ਦ ਡਿਪਟੀ ਸਪੀਕਰ ਇਜ਼ ਫਿਕਸ ਬਾਈ ਦ ਸਪੀਕਰ। ਜਿਹੜੀ ਸਪੀਕਰ ਦੀ ਡੇਟ ਹੁੰਦੀ ਹੈ ਇਲੈਕਸ਼ਨ ਦੀ ਉਹ ਕਿਹਦੇ ਦੁਆਰਾ ਫਿਕਸ ਕੀਤੀ ਜਾਂਦੀ ਹੁੰਦੀ ਹੈ? ਪ੍ਰੈਜ਼ੀਡੈਂਟ ਦੁਆਰਾ। ਪਰ ਜਿਹੜੀ ਡਿਪਟੀ ਸਪੀਕਰ ਦੇ ਇਲੈਕਸ਼ਨ ਦੀ ਡੇਟ ਹੁੰਦੀ ਹੈ ਉਹ ਕਿਹਦੇ ਦੁਆਰਾ ਫਿਕਸ ਕੀਤੀ ਜਾਂਦੀ ਹੁੰਦੀ ਹੈ? ਸਪੀਕਰ ਦੁਆਰਾ। ਸੋ ਦ ਡਿਪਟੀ ਸਪੀਕਰ ਪਰਫਾਰਮ ਦ ਡਿਊਟੀਜ਼ ਆਫ ਦ ਸਪੀਕਰ ਆਫ ਆਫਿਸ ਵੈਨ ਇਟਸ ਵੈਕੈਂਟ। ਠੀਕ ਹੈ। ਸੋ ਡਿਪਟੀ ਸਪੀਕਰ ਦਾ ਕੰਮ ਕੀ ਹੁੰਦਾ ਹੈ? ਜਦੋਂ ਸਪੀਕਰ ਨਹੀਂ ਹੁੰਦਾ, ਸਪੀਕਰ ਦੀ ਐਬਸੈਂਟ ਹੁੰਦਾ ਤਾਂ ਉਹਦੇ ਪਲੇਸ 'ਤੇ ਕੌਣ ਉਹਦੀਆਂ ਡਿਊਟੀਜ਼ ਨੂੰ ਪਰਫਾਰਮ ਕਰਦਾ? ਤਾਂ ਆਪਣਾ ਆਨਸਰ ਆ ਜਾਊਗਾ ਡਿਪਟੀ ਸਪੀਕਰ ਦੁਆਰਾ ਉਹਦੀਆਂ ਡਿਊਟੀਜ਼ ਨੂੰ ਪਰਫਾਰਮ ਕੀਤਾ ਜਾਂਦਾ ਹੁੰਦਾ। ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। ਹੀ ਆਲਸੋ ਪ੍ਰੀਜ਼ਾਈਡ ਓਵਰ ਦ ਜੁਆਇੰਟ ਸਿਟਿੰਗ ਆਫ ਦ ਬੋਥ ਹਾਊਸਿਸ ਆਫ ਦ ਪਾਰਲੀਮੈਂਟ ਇਨ ਕੇਸ ਦ ਸਪੀਕਰ ਇਜ਼ ਐਬਸੈਂਟ ਫਰੋਮ ਸਚ ਸਿਟਿੰਗ। ਸੋ ਜਦੋਂ ਡੈਡਲੋਕ ਕ੍ਰੀਏਟ ਹੋ ਜਾਂਦਾ ਹੁੰਦਾ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਤਾਂ ਇੱਕ ਜੁਆਇੰਟ ਸਿਟਿੰਗ ਕੰਡਕਟ ਕਰਵਾਈ ਜਾਂਦੀ ਹੁੰਦੀ ਹੈ। ਸੋ ਜੁਆਇੰਟ ਸਿਟਿੰਗ ਨੂੰ ਹੈਡ ਕੌਣ ਕਰਦਾ ਹੁੰਦਾ? ਸਪੀਕਰ ਹੈਡ ਕਰਦਾ ਹੁੰਦਾ ਜੁਆਇੰਟ ਸਿਟਿੰਗ ਨੂੰ। ਅਗਰ ਸਪੀਕਰ ਐਬਸੈਂਟ ਹੋਊਗਾ ਤਾਂ ਕੌਣ ਹੈਡ ਕਰੂਗਾ ਜੁਆਇੰਟ ਸਿਟਿੰਗ ਨੂੰ? ਤਾਂ ਆਪਣਾ ਆਨਸਰ ਆ ਜਾਊਗਾ ਡਿਪਟੀ ਸਪੀਕਰ ਜੁਆਇੰਟ ਸਿਟਿੰਗ ਨੂੰ ਹੈਡ ਕਰੂਗਾ। ਬਹੁਤ ਇੰਪੋਰਟੈਂਟ ਪੁਆਇੰਟ ਹੈਗਾ, ਇਹਨੂੰ ਤੁਸੀਂ ਰੈੱਡ ਪੈਨ ਦੇ ਨਾਲ ਮਾਰਕ ਕਰ ਲੈਣਾ। ਅਗਰ ਡਿਪਟੀ ਸਪੀਕਰ ਵੀ ਐਬਸੈਂਟ ਹੈਗਾ ਤਾਂ ਉਸ ਸਿਟਿੰਗ ਨੂੰ ਕੌਣ ਹੈਡ ਕਰੂਗਾ? ਤਾਂ ਆਪਣਾ ਆਨਸਰ ਆ ਜਾਊਗਾ ਡਿਪਟੀ ਚੇਅਰਮੈਨ ਆਫ ਰਾਜ ਸਭਾ ਹੈਡ ਕਰੂਗਾ ਇਸ ਚੀਜ਼ ਨੂੰ। ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ। ਸੋ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੇਖਿਆ ਜਾਵੇ ਤਾਂ ਬਹੁਤ ਇੰਪੋਰਟੈਂਟ ਹੈਗਾ। ਠੀਕ ਹੈ ਜੀ।
ਸੋ ਜਦੋਂ ਆਪਣੀ ਜੁਆਇੰਟ ਸਿਟਿੰਗ ਹੁੰਦੀ ਹੈ ਤਾਂ ਜੁਆਇੰਟ ਸਿਟਿੰਗ ਦੇ ਦੌਰਾਨ ਜਿਹੜੀ ਪੂਰੀ ਜੁਆਇੰਟ ਸਿਟਿੰਗ ਹੁੰਦੀ ਹੈ ਉਹ ਮੀਟਿੰਗ ਨੂੰ ਕੌਣ ਹੈਡ ਕਰਦਾ ਹੁੰਦਾ? ਸਪੀਕਰ। ਅਗਰ ਸਪੀਕਰ ਐਬਸੈਂਟ ਹੁੰਦਾ ਹੈ ਤਾਂ ਡਿਪਟੀ ਸਪੀਕਰ, ਅਗਰ ਡਿਪਟੀ ਸਪੀਕਰ ਐਬਸੈਂਟ ਹੁੰਦਾ ਹੈ ਤਾਂ ਕੌਣ ਕਰੂਗਾ? ਡਿਪਟੀ ਚੇਅਰਮੈਨ ਕਰੂਗਾ, ਚੇਅਰਮੈਨ ਨਹੀਂ ਕਰੂਗਾ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀ ਹੈ। ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ ਹੈਗਾ, ਤਾਂ ਕਰਕੇ ਮੈਂ ਤੁਹਾਨੂੰ ਵਾਰ-ਵਾਰ ਜਿਹੜੀਆਂ ਗੱਲਾਂ 'ਤੇ ਐਮਫੈਸਿਸ ਦੇ ਰਿਹਾ, ਕਿਉਂਕਿ ਐਗਜ਼ਾਮ ਦੇ ਵਿੱਚ ਵਾਰ-ਵਾਰ ਪੁੱਛੀਆਂ ਹੋਈਆਂ ਚੀਜ਼ਾਂ ਹੈਗੀਆਂ। ਸੋ ਬਹੁਤ ਇੰਪੋਰਟੈਂਟ ਹੈ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ ਦ ਇੰਸਟੀਟਿਊਸ਼ਨ ਆਫ ਸਪੀਕਰ ਐਂਡ ਦ ਡਿਪਟੀ ਸਪੀਕਰ originated in India 1921 ਅੰਡਰ ਦ ਪ੍ਰੋਵੀਜ਼ਨ ਆਫ ਦ ਗੌਰਮੈਂਟ ਆਫ ਇੰਡੀਆ ਐਕਟ 1919। ਬਹੁਤ ਹੀ ਇੰਪੋਰਟੈਂਟ ਹੈਗਾ ਵੀ ਆਪਾਂ ਨੂੰ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ ਅਤੇ ਅਗਾਂਹ ਵੀ ਪੁੱਛਿਆ ਜਾ ਸਕਦਾ ਹੈ ਵੀ ਜਿਹੜਾ ਡਿਪਟੀ ਸਪੀਕਰ ਅਤੇ ਸਪੀਕਰ ਦਾ ਆਫਿਸ ਹੈਗਾ ਕਿਹੜੇ ਐਕਟ ਦੇ ਦੌਰਾਨ ਪਹਿਲੀ ਵਾਰੀ ਬ੍ਰਿਟਿਸ਼ ਦੀ ਸਰਕਾਰ ਦੇ ਦੌਰਾਨ ਬਣਾਇਆ ਗਿਆ ਸੀ? ਤਾਂ ਆਪਣਾ ਆਨਸਰ ਆ ਜਾਊਗਾ 1919 ਐਕਟ ਦੇ ਦੌਰਾਨ ਇਸ ਆਫਿਸ ਨੂੰ ਕ੍ਰੀਏਟ ਕੀਤਾ ਗਿਆ ਸੀਗਾ। ਅਤੇ ਹੋਂਦ ਦੇ ਵਿੱਚ ਕਦੋਂ ਆਇਆ ਸੀਗਾ? 1921 ਦੇ ਵਿੱਚ ਇਹ ਆਫਿਸ ਹੋਂਦ ਦੇ ਵਿੱਚ ਆਇਆ ਸੀਗਾ। ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੇਖਿਆ ਜਾਵੇ ਤਾਂ ਬਹੁਤ ਹੀ ਜ਼ਰੂਰੀ ਹੈਗਾ। ਠੀਕ ਹੈ। ਸੋ ਨੈਕਸਟ ਹੈਗਾ ਐਟ ਦ ਟਾਈਮ ਦ ਸਪੀਕਰ ਐਂਡ ਦ ਡਿਪਟੀ ਸਪੀਕਰ ਵਰ ਕਾਲ ਦ ਪ੍ਰੈਜ਼ੀਡੈਂਟ ਐਂਡ ਦ ਡਿਪਟੀ ਪ੍ਰੈਜ਼ੀਡੈਂਟ ਰਿਸਪੈਕਟਿਵਲੀ ਐਂਡ ਦ ਸੇਮ ਨੋਮਨਕਲੇਚਰ ਕੰਟੀਨਿਊਡ ਇਨ 1947। ਸੋ ਉਸ ਟਾਈਮ 'ਤੇ ਸਪੀਕਰ ਅਤੇ ਡਿਪਟੀ ਸਪੀਕਰ ਨੂੰ ਪ੍ਰੈਜ਼ੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ ਦਾ ਦਰਜਾ ਦਿੱਤਾ ਜਾਂਦਾ ਹੁੰਦਾ ਸੀਗਾ। ਸੋ 1921 ਦੇ ਵਿੱਚ ਫੈਡਰਿਕ ਵਾਈਟ ਅਤੇ ਸਤਿੰਦਰਾ ਸਿਨਹਾ ਵਰ ਅਪੁਆਇੰਟਡ ਐਜ਼ ਦ ਗਵਰਨਰ ਜਨਰਲ ਅਪੁਆਇੰਟਡ ਬਾਈ ਦ ਗਵਰਨਰ ਜਨਰਲ ਆਫ ਇੰਡੀਆ ਐਜ਼ ਦ ਫਸਟ ਸਪੀਕਰ ਐਂਡ ਦ ਫਸਟ ਡਿਪਟੀ ਸਪੀਕਰ ਆਫ ਦ ਸੈਂਟਰਲ ਲੈਜਿਸਲੇਟਿਵ ਅਸੈਂਬਲੀਜ਼। ਸੋ ਬਹੁਤ ਇੰਪੋਰਟੈਂਟ ਆਪਾਂ ਨੂੰ ਪੁੱਛ ਲਿਆ ਜਾਂਦਾ ਹੁੰਦਾ ਵੀ ਫਸਟ ਸਪੀਕਰ ਕੌਣ ਸੀਗਾ ਆਪਣੀ ਲੋਕ ਸਭਾ ਦਾ? ਤਾਂ ਮਤਲਬ ਪ੍ਰੀ ਇੰਡੀਪੈਂਡੈਂਟ ਈਰਾ ਦੀ ਗੱਲ ਕੀਤੀ ਜਾਵੇ ਤਾਂ ਆਪਣਾ ਆਨਸਰ ਆ ਜਾਊਗਾ ਫੈਡਰਿਕ ਵਾਈਟ। ਅਤੇ ਦੂਸਰਾ ਆਨਸਰ ਆ ਜਾਊਗਾ ਆਪਣਾ ਸਤਿੰਦਰਨਾਥ ਸਿਨਹਾ। ਅਗਰ ਪੁੱਛ ਲਿਆ ਜਾਵੇ ਡਿਪਟੀ ਸਪੀਕਰ ਤਾਂ ਸਤਿੰਦਰਨਾਥ ਸਿਨਹਾ ਅਤੇ ਆਪਾਂ ਨੂੰ ਪੁੱਛ ਲਿਆ ਜਾਵੇ ਸਪੀਕਰ ਤਾਂ ਆਪਣਾ ਆਨਸਰ ਆ ਜਾਊਗਾ ਫੈਡਰਿਕ ਵਾਈਟ। ਬਹੁਤ ਇੰਪੋਰਟੈਂਟ ਹੈ, ਕਈ ਵਾਰੀ ਇਹ ਦੋਨੇ ਚੀਜ਼ਾਂ ਐਗਜ਼ਾਮ ਦੇ ਵਿੱਚ ਪੁੱਛੀਆਂ ਗਈਆਂ ਹੈਗੀਆਂ ਵੀ ਸਭ ਤੋਂ ਪਹਿਲਾ ਕੁਐਸਚਨ ਪੁੱਛ ਲਿਆ ਜਾਂਦਾ ਹੁੰਦਾ ਸਪੀਕਰ ਅਤੇ ਡਿਪਟੀ ਸਪੀਕਰ ਦਾ ਆਫਿਸ ਪ੍ਰੀ ਇੰਡੀਪੈਂਡੈਂਟ ਈਰਾ ਦੇ ਵਿੱਚ ਕਿਹੜੇ ਐਕਟ ਦੇ ਦੌਰਾਨ ਬਣਾਇਆ ਸੀ? ਤਾਂ ਆਪਣਾ ਆਨਸਰ ਆ ਜਾਊਗਾ ਗੌਰਮੈਂਟ ਆਫ ਇੰਡੀਆ ਐਕਟ 1919। ਠੀਕ ਹੈ ਜੀ। ਫਿਰ ਆਪਾਂ ਨੂੰ ਪੁੱਛ ਲਿਆ ਜਾਂਦਾ ਇਸਟੈਬਲਿਸ਼ ਕਦੋਂ ਹੋਇਆ ਸੀਗਾ? ਤਾਂ ਆਪਣਾ ਆਨਸਰ ਆ ਜਾਊਗਾ 1921। ਫਸਟ ਸਪੀਕਰ ਕੌਣ ਸੀਗਾ? ਤਾਂ ਆਪਣਾ ਆਨਸਰ ਆ ਜਾਊਗਾ ਫੈਡਰਿਕ ਵਾਈਟ। ਫਸਟ ਡਿਪਟੀ ਸਪੀਕਰ ਕੌਣ ਸੀਗਾ? ਸਤਿੰਦਰਨਾਥ ਸਿਨਹਾ। ਬਹੁਤ ਇੰਪੋਰਟੈਂਟ ਹੈ। ਸੋ ਇਹ ਦੋਨੇ ਚੀਜ਼ਾਂ, ਸਾਰੀਆਂ ਚੀਜ਼ਾਂ ਜਿੰਨੀਆਂ ਵੀ ਤੁਹਾਨੂੰ 3-4 ਚੀਜ਼ਾਂ ਕਰਵਾਈਆਂ ਸਲਾਈਡ ਦੇ ਵੀ ਤੁਸੀਂ ਬਹੁਤ ਹੀ ਪ੍ਰੀਸਾਈਜ਼ ਵੇ ਦੇ ਵਿੱਚ ਯਾਦ ਕਰਨੀ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੀਆਂ। ਕਿਸੇ ਵੀ ਚੀਜ਼ ਦੇ ਕੋਈ ਵੀ ਡਾਊਟ ਆ ਰਿਹਾ ਤੁਸੀਂ ਕਮੈਂਟ ਸੈਕਸ਼ਨ 'ਚ ਬਹੁਤ ਹੀ ਮਤਲਬ ਬਿਨਾਂ ਝਿਜਕੇ ਪੁੱਛ ਸਕਦੇ ਹੋ ਅਤੇ ਤੁਹਾਡੇ ਡਾਊਟਸ ਜਿਹੜੇ ਹੈ ਸਾਰੇ ਦੇ ਸਾਰੇ ਕਲੀਅਰ ਕੀਤੇ ਜਾਣਗੇ। ਠੀਕ ਹੈ ਜੀ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਨੈਕਸਟ ਹੈਗਾ ਚੇਅਰਮੈਨ ਆਫ ਰਾਜ ਸਭਾ। ਬਹੁਤ ਹੀ ਇੰਪੋਰਟੈਂਟ ਹੈਗਾ ਚੇਅਰਮੈਨ ਦੇ ਵਿੱਚ। ਚੇਅਰਮੈਨ ਹੁਣ ਜਿਵੇਂ ਆਪਣਾ ਤਾਂ ਜਿਹੜਾ ਲੋਕ ਸਭਾ ਹੁੰਦੀ ਹੈ ਉਹਦੇ ਵਿੱਚ ਸਪੀਕਰ ਹੁੰਦਾ ਜਿਹੜਾ ਪ੍ਰੈਜ਼ਾਈਡ ਕਰਦਾ ਹੁੰਦਾ ਲੋਕ ਸਭਾ ਨੂੰ, ਤਾਂ ਰਾਜ ਸਭਾ ਦੇ ਵਿੱਚ ਕੀ ਹੁੰਦਾ? ਚੇਅਰਮੈਨ ਹੁੰਦਾ। ਸਿੰਪਲੀ ਆਪਾਂ ਨੂੰ ਜਿਹੜੇ ਆਪਣੇ ਜਿਵੇਂ PSPCL ਹੋ ਗਿਆ ਜਾਂ ਆਪਣਾ ਪਟਵਾਰੀ ਦਾ ਐਗਜ਼ਾਮ ਹੋ ਗਿਆ ਉਹਨਾਂ 'ਚ ਇਹੋ ਕੁਐਸਚਨ ਪੁੱਛੇ ਜਾ ਸਕਦੇ ਆ ਵੀ ਚੇਅਰਮੈਨ ਕਿਹਦਾ ਹੁੰਦਾ? ਤਾਂ ਆਪਣਾ ਕਵਾਂਗੇ ਰਾਜ ਸਭਾ ਦਾ ਹੁੰਦਾ। ਜੇ ਆਪਾਂ ਕਵਾਂਗੇ ਵੀ ਸਪੀਕਰ ਕਿਹਦਾ ਹੁੰਦਾ? ਤਾਂ ਆਪਣਾ ਆਨਸਰ ਆ ਜਾਊਗਾ ਲੋਕ ਸਭਾ ਦਾ। ਠੀਕ ਹੈ। ਸੋ ਇਹ ਚੀਜ਼ਾਂ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸੋ ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ? ਜਿਹੜਾ ਆਪਣਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਉਹੀ ਆਪਣਾ ਰਾਜ ਸਭਾ ਦਾ ਚੇਅਰਮੈਨ ਵੀ ਹੁੰਦਾ। ਸੋ ਇਸ ਚੀਜ਼ ਨੂੰ ਜਾਂ ਕੀ ਕਿਹਾ ਜਾਂਦਾ ਹੁੰਦਾ? ਵਾਈਸ ਪ੍ਰੈਜ਼ੀਡੈਂਟ ਇਜ਼ ਏ ਐਕਸ ਆਫੀਸ਼ੀਓ ਚੇਅਰਮੈਨ ਆਫ ਰਾਜ ਸਭਾ। ਬਹੁਤ ਹੀ ਇੰਪੋਰਟੈਂਟ ਹੈ। ਸੋ ਚੂਜ਼ ਤਾਂ ਐਜ਼ ਏ ਪ੍ਰੈਜ਼ੀਡੈਂਟ ਕੀਤਾ ਜਾਂਦਾ ਪਰ ਉਹਨੂੰ ਹੀ ਆਪਣਾ ਚੇਅਰਮੈਨ ਵੀ ਬਣਾਇਆ ਜਾਂਦਾ ਹੁੰਦਾ ਰਾਜ ਸਭਾ ਦਾ। ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ ਕਿਉਂਕਿ ਜਿਹੜਾ ਵਾਈਸ ਪ੍ਰੈਜ਼ੀਡੈਂਟ ਦਾ ਕੰਮ ਹੁੰਦਾ ਉਹ ਉਦੋਂ ਹੀ ਹੁੰਦਾ ਜਦੋਂ ਪ੍ਰੈਜ਼ੀਡੈਂਟ ਐਬਸੈਂਟ ਹੁੰਦਾ, ਅਦਰਵਾਈਜ਼ ਉਹਦਾ ਕੋਈ ਵੀ ਕੰਮ ਨਹੀਂ ਹੁੰਦਾ। ਸੋ ਇਸ ਕਰਕੇ ਮਤਲਬ ਕਿ ਉਹਦੇ ਕੋਲ ਜ਼ਿਆਦਾ ਕੰਮ ਨਹੀਂ ਹੁੰਦਾ ਤਾਂ ਉਹਨੂੰ ਐਜ਼ ਏ ਚੇਅਰਮੈਨ ਆਫ ਰਾਜ ਸਭਾ ਵੀ ਅਪੁਆਇੰਟ ਕੀਤਾ ਜਾਂਦਾ ਹੁੰਦਾ। ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ। ਅਗਰ ਤੁਹਾਨੂੰ ਕਿਸੇ ਵੀ ਚੀਜ਼ ਦੇ ਵਿੱਚ ਡਾਊਟ ਆ ਰਿਹਾ ਵੀ ਐਕਸ ਆਫੀਸ਼ੀਓ ਕੀ ਹੁੰਦਾ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ। ਐਕਸ ਆਫੀਸ਼ੀਓ ਕੀ ਹੁੰਦਾ ਵੀ ਜਿਹੜਾ ਪ੍ਰੈਜ਼ੀਡੈਂਟ ਅਪੁਆਇੰਟ ਹੋਊਗਾ ਉਹ ਆਟੋਮੈਟਿਕਲੀ ਚੇਅਰਮੈਨ ਆਫ ਰਾਜ ਸਭਾ ਵੀ ਅਪੁਆਇੰਟ ਕੀਤਾ ਜਾਊਗਾ ਆਟੋਮੈਟਿਕਲੀ। ਠੀਕ ਹੈ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਇੰਪੋਰਟੈਂਟ ਹੈ। ਜਿਵੇਂ ਆਪਾਂ ਪੜ੍ਹ ਵੀ ਲੈਂਦੇ ਹਾਂ ਦ ਪ੍ਰੈਜ਼ਾਈਡਿੰਗ ਆਫਿਸਰ ਆਫ ਦ ਰਾਜ ਸਭਾ ਇਜ਼ ਨੋਨ ਐਜ਼ ਦ ਚੇਅਰਮੈਨ, ਦ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਇਜ਼ ਐਕਸ ਆਫੀਸ਼ੀਓ ਚੇਅਰਮੈਨ ਆਫ ਰਾਜ ਸਭਾ। ਸੋ ਇਹ ਚੀਜ਼ ਨੂੰ ਮੈਂ ਆਲਰੇਡੀ ਤੁਹਾਨੂੰ ਕਰਵਾ ਚੁੱਕਿਆ। ਠੀਕ ਹੈ। ਸੋ ਨੈਕਸਟ ਹੈਗਾ ਡਿਊਰਿੰਗ ਐਨੀ ਪੀਰੀਅਡ ਵੈਨ ਦ ਵਾਈਸ ਪ੍ਰੈਜ਼ੀਡੈਂਟ ਐਕਟ ਐਜ਼ ਏ ਪ੍ਰੈਜ਼ੀਡੈਂਟ ਔਰ ਡਿਸਚਾਰਜ ਦ ਫੰਕਸ਼ਨ ਆਫ ਦ ਪ੍ਰੈਜ਼ੀਡੈਂਟ ਹੀ ਡਜ਼ ਨਾਟ ਪਰਫਾਰਮ ਦ ਡਿਊਟੀਜ਼ ਆਫ ਦ ਆਫਿਸ ਆਫ ਚੇਅਰਮੈਨ ਆਫ ਰਾਜ ਸਭਾ। ਬਹੁਤ ਇੰਪੋਰਟੈਂਟ ਹੈਗਾ। ਜਦੋਂ ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਐਬਸੈਂਟ ਹੁੰਦਾ ਤਾਂ ਉਹਦੀ ਜਗ੍ਹਾ 'ਤੇ ਵਾਈਸ ਪ੍ਰੈਜ਼ੀਡੈਂਟ ਡਿਊਟੀਜ਼ ਨੂੰ ਪਰਫਾਰਮ ਕਰਦਾ। ਜਦੋਂ ਵਾਈਸ ਪ੍ਰੈਜ਼ੀਡੈਂਟ ਦੀ ਡਿਊਟੀਜ਼ ਨੂੰ ਪਰਫਾਰਮ ਕਰਦਾ ਤਾਂ ਉਹ ਐਜ਼ ਏ ਚੇਅਰਮੈਨ ਦੀ ਡਿਊਟੀਜ਼ ਨੂੰ ਪਰਫਾਰਮ ਨਹੀਂ ਕਰ ਸਕਦਾ। ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੇਖਿਆ ਜਾਵੇ
ਤਾਂ ਤੁਸੀਂ ਸਾਰੀਆਂ ਹੀ ਗੱਲਾਂ ਤੁਸੀਂ ਇਹਨਾਂ ਨੂੰ ਯਾਦ ਕਰਨਾ। ਜੇ ਤੁਹਾਨੂੰ ਨੋਟਸ ਨਹੀਂ ਮਿਲ ਰਹੇ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ, ਤੁਹਾਨੂੰ ਨੋਟਸ ਪ੍ਰੋਵਾਈਡ ਕੀਤੇ ਜਾਣਗੇ। ਬਾਕੀ ਸਾਡਾ ਜਿਹੜਾ ਟੈਲੀਗ੍ਰਾਮ ਚੈਨਲ ਹੈਗਾ ਉਹਨੂੰ ਵੀ ਤੁਸੀਂ ਜੁਆਇਨ ਕਰ ਸਕਦੇ ਹੋ, ਉੱਥੇ ਵੀ ਤੁਹਾਨੂੰ ਨੋਟਸ ਪ੍ਰੋਵਾਈਡ ਕੀਤੇ ਜਾਣਗੇ, ਠੀਕ ਹੈ। ਸੋ ਹੁਣ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ ਡਿਪਟੀ ਚੇਅਰਮੈਨ ਆਫ ਰਾਜ ਸਭਾ। ਜਿਵੇਂ ਕਿ ਮੈਂ ਤੁਹਾਨੂੰ ਆਪਾਂ ਡਿਪਟੀ ਸਪੀਕਰ ਬਾਰੇ ਪੜ੍ਹ ਕੇ ਆਏ ਹਾਂ, ਸਪੀਕਰ ਬਾਰੇ ਪੜ੍ਹ ਕੇ ਆਏ ਹਾਂ, ਹੁਣ ਆਪਾਂ ਪੜ੍ਹਦੇ ਹਾਂ ਡਿਪਟੀ ਚੇਅਰਮੈਨ ਆਫ ਰਾਜ ਸਭਾ। ਸੋ ਇਹਦਾ ਕੀ ਕਨਸੈਪਟ ਹੈਗਾ, ਜੋ ਕੀ ਗੱਲਾਂ ਰੈਲੇਵੈਂਟ ਹੈਗੀਆਂ ਆਪਾਂ ਪੜ੍ਹਦੇ ਹਾਂ। ਦ ਡਿਪਟੀ ਚੇਅਰਮੈਨ ਆਫ ਰਾਜ ਸਭਾ ਇਜ਼ ਇਲੈਕਟਿਡ ਇਟਸੈਲਫ ਫਰੋਮ ਅਮੰਗ ਹਿਸ ਮੈਂਬਰ। ਜੋ ਜਿਵੇਂ ਕਿ ਆਪਣੇ ਸਪੀਕਰ ਅਤੇ ਡਿਪਟੀ ਸਪੀਕਰ ਅਪੋਇੰਟ ਕੀਤੇ ਜਾਂਦੇ, ਉਸੇ ਤਰ੍ਹਾਂ ਆਪਣਾ ਰਾਜ ਸਭਾ ਦਾ ਡਿਪਟੀ ਚੇਅਰਮੈਨ ਅਪੋਇੰਟ ਕੀਤਾ ਜਾਂਦਾ ਹੁੰਦਾ ਵੀ ਜਿਹੜੇ ਉਹਦੇ ਮੈਂਬਰ ਹੁੰਦੇ ਰਾਜ ਸਭਾ ਦੇ, ਉਹਨਾਂ ਦੁਆਰਾ ਹੀ ਅੱਗੇ ਫਰਦਰ ਅਪੋਇੰਟ ਕੀਤਾ ਜਾਂਦਾ ਹੁੰਦਾ। whenever the office of the deputy chairman falls vacant, the Rajya Sabha elects another member to fill the vacancy, ठीक है। The deputy chairman performs the duties of the chairman office when it's vacant, or the vice president act as a president or discharge the function as president। ਬਹੁਤ ਇੰਪੋਰਟੈਂਟ ਹੈਗਾ ਵੀ ਜਿਹੜੀ ਜਦੋਂ ਵੀ ਮਤਲਬ ਡਿਪਟੀ ਸਪੀਕਰ ਦਾ ਕੰਮ ਕਦੋਂ ਹੁੰਦਾ ਹੈ, ਜਦੋਂ ਵਾਈਸ ਪ੍ਰੈਜ਼ੀਡੈਂਟ ਦੀ ਫੰਕਸ਼ਨਸ ਨੂੰ ਪਰਫੋਰਮ ਕਰ ਰਿਹਾ ਹੁੰਦਾ, ਤਾਂ ਜਿਹੜਾ ਚੇਅਰਮੈਨ ਦਾ ਆਫਿਸ ਹੁੰਦਾ ਉਹ ਵੈਕੈਂਟ ਹੋ ਜਾਂਦਾ ਹੈ। ਤਾਂ ਜਦੋਂ ਉਹ ਵੈਕੈਂਟ ਹੋ ਜਾਂਦਾ ਤਾਂ ਡਿਪਟੀ ਚੇਅਰਮੈਨ ਉਹ ਸਾਰੀਆਂ ਡਿਊਟੀਜ਼ ਨੂੰ ਪਰਫੋਰਮ ਕਰਦਾ ਹੈ, ਠੀਕ ਹੈ। ਬਹੁਤ ਇੰਪੋਰਟੈਂਟ ਹੈਗਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੇਖਿਆ ਜਾਵੇ ਤਾਂ। ਆਪਾਂ ਹੁਣ ਨੈਕਸਟ 'ਤੇ ਮੂਵ ਕਰਦੇ ਹਾਂ। ਹੁਣ ਆਪਾਂ ਪੜ੍ਹਦੇ ਹਾਂ ਲੀਡਰਸ ਇਨ ਪਾਰਲੀਮੈਂਟ। ਅੰਡਰ ਦੀ ਰੂਲਸ ਆਫ ਦ ਲੋਕ ਸਭਾ, ਦ ਲੀਡਰ ਆਫ ਦ ਹਾਊਸ ਮੀਨਸ ਦ ਪ੍ਰਾਈਮ ਮਿਨਿਸਟਰ। If he is a member of the Lok Sabha or a minister who is a member of the Lok Sabha is nominated by the Prime Minister to function as a leader of the house। ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। ਜਿਹੜਾ ਲੋਕ ਸਭਾ ਦਾ ਲੀਡਰ ਆਫ ਦਾ ਹਾਊਸ ਹੁੰਦਾ ਉਹ ਹੁੰਦਾ ਪ੍ਰਾਈਮ ਮਿਨਿਸਟਰ। ਬਾਕੀ ਪ੍ਰਾਈਮ ਮਿਨਿਸਟਰ ਅੱਗੇ ਹੋਰ ਵੀ ਕਿਸੇ ਨੂੰ ਇਲੈਕਟ ਕਰ ਸਕਦਾ, ਨੋਮੀਨੇਟ ਕਰ ਸਕਦਾ ਵੀ ਹਾਂ ਤੂੰ ਐਜ਼ ਏ ਲੀਡਰ ਆਫ ਹਾਊਸ ਬਣ ਸਕਦਾ। ਪਰ ਯੂਜ਼ਲੀ ਕੇਸਾਂ ਵਿੱਚ ਕੀ ਹੁੰਦਾ ਵੀ ਜਿਹੜਾ PM ਹੀ ਹੁੰਦਾ ਉਹ ਲੀਡਰ ਆਫ ਦਾ ਹਾਊਸ ਵੀ ਹੁੰਦਾ। ਬਹੁਤ ਇੰਪੋਰਟੈਂਟ ਪੁਆਇੰਟ ਹੈ। ਸੋ ਪ੍ਰੀਜ਼ਾਈਡਿੰਗ ਆਫਿਸਰ ਅਤੇ ਲੀਡਰ ਦੇ ਵਿੱਚ ਬਹੁਤ ਹੀ ਡਿਫਰੈਂਸ ਹੈਗਾ। ਚੀਜ਼ਾਂ ਨੂੰ ਆਪਾਂ ਬਲੈਂਡ ਨਹੀਂ ਕਰਨਾ, ਕਿਉਂਕਿ ਜਿਹੜਾ ਪ੍ਰੀਜ਼ਾਈਡਿੰਗ ਆਫਿਸਰ ਹੁੰਦਾ ਉਹ ਆਪਣਾ ਸਪੀਕਰ ਹੁੰਦਾ ਜੇ ਆਪਾਂ ਲੋਕ ਸਭਾ ਦੀ ਗੱਲ ਕਰੀਏ, ਅਤੇ ਜੇ ਆਪਾਂ ਰਾਜ ਸਭਾ ਦੀ ਗੱਲ ਕਰੀਏ ਤਾਂ ਚੇਅਰਮੈਨ ਹੁੰਦਾ, ਠੀਕ ਹੈ। ਬਾਕੀ ਆਪਾਂ ਜੇ ਲੀਡਰ ਆਫ ਦਾ ਹਾਊਸ ਦੀ ਗੱਲ ਕਰੀਏ ਤਾਂ ਲੀਡਰ ਆਫ ਹਾਊਸ ਜਿਹੜਾ ਲੋਕ ਸਭਾ ਦਾ ਹੁੰਦਾ PM ਹੀ ਹੁੰਦਾ, ਆਪਣਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਹੀ ਆਪਣਾ ਲੀਡਰ ਆਫ ਦਾ ਹਾਊਸ ਹੁੰਦਾ। ਬਹੁਤ ਇੰਪੋਰਟੈਂਟ ਹੈ ਹੁੰਦਾ। ਇਹ ਚੀਜ਼ਾਂ ਤੁਹਾਨੂੰ ਯਾਦ ਕਰਨੀਆਂ ਬਹੁਤ ਹੀ ਜ਼ਰੂਰੀ ਹੈਗੀਆਂ ਅਗਰ ਤੁਸੀਂ PPSC ਜਾਂ ਕਹਿ ਸਕਦੇ ਹਾਂ ਵੀ ਜਿੰਨੇ ਵੀ ਹੋਰ ਆਪਣੇ ਵਧੀਆ ਐਗਜ਼ਾਮ ਹੈਗੇ ਆ, ਜਿਵੇਂ ਪਟਵਾਰੀ ਹੈ ਜਾਂ ਹੋਰ ਜਿਹੜੇ ਆਪਣੇ ਐਗਜ਼ਾਮ ਹੈ ਉਹਨਾਂ ਲਈ ਪ੍ਰਿਪੇਅਰ ਕਰ ਰਹੇ ਹੋ, ਤਾਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਪਤਾ ਹੋਣੀਆਂ ਜ਼ਰੂਰੀ ਹੈਗੀਆਂ। ਦੇਰ ਇਜ਼ ਆਲਸੋ ਲੀਡਰ ਆਫ ਦਾ ਹਾਊਸ ਇਨ ਦਾ ਰਾਜ ਸਭਾ। ਹੀ ਇਜ਼ ਏ ਮਿਨਿਸਟਰ ਐਂਡ ਦਾ ਮੈਂਬਰ ਆਫ ਦਾ ਰਾਜ ਸਭਾ ਇਜ਼ ਨੋਮੀਨੇਟਡ ਬਾਈ ਦਾ ਪ੍ਰਾਈਮ ਮਿਨਿਸਟਰ ਟੂ ਫੰਕਸ਼ਨ ਐਜ਼ ਸੱਚ। ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। ਸੋ ਲੀਡਰ ਆਫ ਦਾ ਹਾਊਸ ਰਾਜ ਸਭਾ ਦੇ ਵਿੱਚ ਵੀ ਹੁੰਦਾ, ਤਾਂ ਉਹ ਵੀ ਨੋਮੀਨੇਟ ਕਿਹਦੇ ਦੁਆਰਾ ਕੀਤਾ ਜਾਂਦਾ ਹੁੰਦਾ, PM ਦੁਆਰਾ ਹੀ ਨੋਮੀਨੇਟ ਕੀਤਾ ਜਾਂਦਾ ਹੁੰਦਾ ਵੀ ਕੌਣ ਹੋਊਗਾ ਲੀਡਰ ਆਫ ਦਾ ਹਾਊਸ। ਸੋ ਤੁਸੀਂ ਦੋਨਾਂ ਚੀਜ਼ਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਆਪਾਂ ਨੂੰ ਕਈ ਵਾਰੀ ਕਨਫਿਊਜ਼ ਕਰਨ ਲਈ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੁੰਦਾ ਹੂ ਇਜ਼ ਲੀਡਰ ਆਫ ਦਾ ਹਾਊਸ, ਤਾਂ ਆਪਾਂ ਕਹਾਂਗੇ PM ਇਜ਼ ਏ ਲੀਡਰ ਆਫ ਹਾਊਸ, ਨੋ ਤੇ ਸਪੀਕਰ ਔਰ ਏ ਚੇਅਰਮੈਨ। ਸੋ ਬਹੁਤ ਇੰਪੋਰਟੈਂਟ ਹੈ, ਦੋਨਾਂ ਚੀਜ਼ਾਂ ਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ। ਦੋਨੇ ਚੀਜ਼ਾਂ ਆਪਣੇ ਲਈ ਕਨਫਿਊਜ਼ਿੰਗ ਹੈਗੀਆਂ ਥੋੜ੍ਹੀਆਂ ਜਿਹੀਆਂ, ਠੀਕ ਹੈ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਆਪਣਾ ਨੈਕਸਟ ਹੈਗਾ ਦੇਅਰਫੋਰ ਦਾ ਲੀਡਰ ਆਫ ਦਾ ਆਪੋਜੀਸ਼ਨ in the Lok Sabha and the Rajya Sabha were accorded a statutory recognition in 1977। ਜਿਹੜਾ ਆਪਣਾ ਓਪੋਜੀਸ਼ਨ ਲੀਡਰ ਹੁੰਦਾ ਉਹਨੂੰ ਵੀ ਇੱਕ ਤਰ੍ਹਾਂ ਦੀ ਸਟੈਚੂਟਰੀ ਰੈਕੋਗਨਾਈਜੇਸ਼ਨ ਮਿਲੀ ਹੋਈ ਹੈ। ਕਦੋਂ ਮਿਲੀ ਸੀਗੀ? 1977 ਦੇ ਵਿੱਚ। ਹੁਣ ਜਿਹੜਾ ਲੀਡਰ ਆਫ ਓਪੋਜੀਸ਼ਨ ਹੁੰਦਾ ਉਹਨੂੰ ਵੀ ਐਜ਼ ਏ ਮਿਨਿਸਟਰ ਦੀ ਤਰ੍ਹਾਂ ਟਰੀਟ ਕੀਤਾ ਜਾਂਦਾ ਹੁੰਦਾ। ਇਹ ਕਦੋਂ ਰੈਕੋਗਨਾਈਜੇਸ਼ਨ ਮਿਲੀ ਸੀਗੀ? 1977 ਦੇ ਵਿੱਚ ਮਿਲੀ ਸੀ। ਰੈਕੋਗਨਾਈਜੇਸ਼ਨ ਹੁੰਦਾ ਮਤਲਬ ਪਛਾਣ ਮਿਲਣਾ ਉਸ ਬੰਦੇ ਨੂੰ, ਠੀਕ ਹੈ। ਜਿਹੜੀ ਸਿੰਗਲ ਲਾਰਜੈਸਟ ਪਾਰਟੀ ਹੋਊਗੀ ਲੋਕ ਸਭਾ ਦੇ ਵਿੱਚ, ਉਹਦੇ ਮੈਂਬਰ ਨੂੰ ਡਿਕਲੇਅਰ ਕੀਤਾ ਜਾਂਦਾ ਐਜ਼ ਏ ਲੀਡਰ ਆਫ ਓਪੋਜੀਸ਼ਨ। ਜਿਵੇਂ ਸਿੰਗਲ ਲਾਰਜੈਸਟ ਪਾਰਟੀ ਦਾ ਮਤਲਬ ਕੀ ਹੁੰਦਾ? ਜਿਹਦੇ ਕੋਲ 1/10 ਸੀਟਸ ਹੋਣਗੀਆਂ, ਉਹਨੂੰ ਐਜ਼ ਏ ਸਿੰਗਲ ਲਾਰਜੈਸਟ ਪਾਰਟੀ ਡਿਕਲੇਅਰ ਕੀਤਾ ਜਾਂਦਾ ਹੁੰਦਾ, ਜੋ ਕਿ ਓਪੋਜੀਸ਼ਨ 'ਚ ਬਹਿੰਦੀ ਹੁੰਦੀ ਹੈ। ਬਹੁਤ ਇੰਪੋਰਟੈਂਟ ਹੈ। ਐਟ ਪ੍ਰੈਜ਼ੈਂਟ ਤਾਂ ਕੋਈ ਵੀ ਪਾਰਟੀ ਕਿਸੇ ਕੋਲ 1/10 ਸੀਟ ਹੈ ਨਹੀਂ ਗੀਆਂ, ਤਾਂ ਕਰਕੇ ਕੋਈ ਵੀ ਆਪਣਾ ਵੇਖਿਆ ਜਾਵੇ ਤਾਂ ਕੌਨਸਟੀਟਿਊਸ਼ਨ ਬੇਸਿਸ 'ਤੇ ਤਾਂ ਕੋਈ ਵੀ ਆਪਣਾ ਲੀਡਰ ਆਫ ਓਪੋਜੀਸ਼ਨ ਹੈ ਹੀ ਨਹੀਂ, ਐਗਜ਼ਿਸਟ ਨਹੀਂ ਕਰਦਾ, ਠੀਕ ਹੈ। ਦੇਰ ਇਜ਼ ਆਲਸੋ ਇੰਟਾਈਟਲਡ ਸੈਲਰੀ ਅਲਾਊਂਸਿਸ ਐਂਡ ਦਾ ਅਦਰ ਫੈਸਿਲਿਟੀ ਇਕੁਅਲ ਟੂ ਦੈਟ ਆਫ ਕੈਬਨਿਟ ਮਿਨਿਸਟਰ। ਸੋ ਜਿਹੜਾ ਕੈਬਨਿਟ ਮਿਨਿਸਟਰ ਹੁੰਦਾ ਉਹਦੇ ਬਰਾਬਰ ਹੀ ਇਹਨੂੰ ਸੈਲਰੀਜ਼ ਅਤੇ ਅਲਾਊਂਸਿਸ ਮਿਲਦੇ ਹੁੰਦੇ ਆ। ਸੋ ਕੈਬਨਿਟ ਮਿਨਿਸਟਰਸ ਬਾਰੇ ਆਪਾਂ ਪ੍ਰੀਵੀਅਸ ਲੈਕਚਰਸ ਦੇ ਵਿੱਚ ਪੜ੍ਹ ਕੇ ਆਏ ਹਾਂ। ਸੋ ਜਿਹਨਾਂ ਨੇ ਨਹੀਂ ਵੇਖੇ ਜਾ ਕੇ ਜ਼ਰੂਰ ਵੇਖੋ। ਸੋ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ, ਅਤੇ ਆਪਣੇ ਰਿਵਿਊਜ਼ ਜ਼ਰੂਰ ਦਿੰਦੇ ਰਹੋ ਕਿ ਤੁਹਾਨੂੰ ਲੈਕਚਰਸ ਕਿੱਦਾਂ ਦੇ ਲੱਗ ਰਹੇ। ਬਾਕੀ ਜਿਹੜੀ ਐਪ ਹੈਗੀ ਹੈ CBC ਐਗਜ਼ਾਮ ਗੁਰੂ ਐਪ, ਤੁਸੀਂ ਡਾਊਨਲੋਡ ਕਰ ਸਕਦੇ ਹੋ, ਡਿਵਰਸ ਬੈਨੀਫਿਟ ਉਠਾ ਸਕਦੇ ਹੋ। ਸਾਡੀ ਜਿਹੜੀ ਪਟਵਾਰੀ ਦੀ ਟੈਸਟ ਸੀਰੀਜ਼ ਹੈਗੀ ਹੈ ਤੁਸੀਂ ਜੁਆਇਨ ਕਰ ਸਕਦੇ ਹੋ। ਥੈਂਕ ਯੂ ਸੋ ਮਚ।